ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਾਲ ਆਰਬਲ ਸੁੰਦਰ ਸੂਰਤ। ਗੋਬਿੰਦ ਰਾਏ ਜੀ ਦਾ ਜਿਹੜਾ ਬਾਲਕ ਅਵਸਥਾ ਦੇ ਵਿੱਚ ਹੀ ਬਹੁਤ ਜਿਹੜਾ ਸੁੰਦਰ ਸਰੂਪ ਸ਼ੋਭਾ ਪਾ ਰਿਹਾ ਸੀ। ਰਚੀ ਵਿਦਾਤੀ ਸਭ ਗੁਣ ਪੂਰਤ। ਸਿਆਣੇ ਸਿਆਣੇ ਪ੍ਰੇਮੀ ਕਹਿੰਦੇ ਨੇ ਵੀ ਤਾਂ ਬਰਮਾ ਨੇ ਤਮਾਮ ਵਿਸ਼ਵ ਦੀ ਜਿਹੜੀ ਸੁੰਦਰਤਾ ਹੀ ਪਹਿਲਾਂ ਇੱਕ ਥਾਂ 'ਤੇ ਇਕੱਠੀ ਕੀਤੀ, ਫਿਰ ਉਸ ਦੇ ਨਾਲ ਹੀ ਆ ਗੋਬਿੰਦ ਰਾਏ ਜੀ ਦੀ ਕਿਤਨੀ ਮਨਮੋਹਣੀ ਸੂਰਤ ਤਿਆਰ ਕੀਤੀ ਹੈ। ਇਤਿਆਦਿਕ ਬਹੁ ਕਰਤ ਪ੍ਰਸ਼ੰਸਾ। ਜਿਹੜੇ ਗੁਰ ਸਿੱਖ ਮਿਲ ਕੇ ਗੋਬਿੰਦ ਰਾਏ ਜੀ ਦੀ ਬੜੀ ਪ੍ਰਸ਼ੰਸਾ ਬੜੀ ਤਾਰੀਫ ਆਪਣੀ ਰਸਨਾ ਤੋਂ ਕਰ ਰਹੇ ਹਨ। ਕੋਈ ਹੈ ਸੋਢ ਬੰਸ ਅਬਤੰਸ਼ਾ। ਸਿਆਣਿਆਂ ਨੇ ਤਾਂ ਦੀਦਾਰ ਕਰਨ ਦੇ ਲਈ ਕਰਕੇ ਹੀ ਮਨ ਦੇ ਵਿੱਚ ਅੰਦਾਜ਼ਾ ਲਗਾ ਲਿਆ ਵੀ ਗੋਬਿੰਦ ਰਾਏ ਜੀ ਨੇ ਇੱਕ ਦਿਨ ਸੋਢ ਬੰਸ ਦੇ ਬੜੇ ਸ਼੍ਰੋਮਣੀ ਬਣ ਜਾਣਾ। ਇਹਨਾਂ ਨੇ ਸੋਢ ਬੰਸ ਨੂੰ ਚਾਰੇ ਪਾਸੇ ਦੁਨੀਆ ਦੇ ਵਿੱਚ ਚਮਕਾ ਦੇਣਗੇ। ਹੁਣੇ ਹੀ ਦੇਖੋ ਕਿਤਨਾ ਤੇਜ ਪ੍ਰਤਾਪ ਸਾਹਮਣੇ ਸੰਗਤਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਜਦੋਂ ਸਰੀਰ ਦੀ ਉਮਰ ਵੱਡੀ ਹੋ ਗਈ ਫਿਰ ਤਾਂ ਇਹ ਜਿਹੜਾ ਸੋਢ ਬੰਸ ਦੁਨੀਆ ਦੇ ਕੋਨੇ ਦੇ ਵਿੱਚ ਹੀ ਪ੍ਰਗਟ ਹੋ ਜਾਣਾ ਹੈ। ਭਾਈਓ ਦਰਬ ਗੁਰ ਨਿਕਟ ਕਨੇਰਾ। ਗੋਬਿੰਦ ਰਾਏ ਜੀ ਦੇ ਚਰਨਾਂ 'ਚ ਸੰਗਤਾਂ ਨੇ ਵੱਡੇ ਵੱਡੇ ਜਿਹੜੇ ਢੇਰ ਮਾਇਆ ਦੇ ਵੀ ਲਗਾ ਦਿੱਤੇ ਸਨ। ਸਕਲ ਸਾਜ ਬਨਵਾਇਓ ਪੇਰਾ। ਕਾਫੀ ਜਿਹੜਾ ਸਾਜੋ ਸਮਾਜ ਮਹਾਰਾਜ ਨੇ ਦੁਬਾਰਾ ਉਸੇ ਤਰ੍ਹਾਂ ਮਾਇਆ ਦੇ ਕਰਕੇ ਤਿਆਰ ਕਰਵਾ ਲਿਆ ਸੀ। ਬਹੁਰ ਚੱਲਣ ਕੀ ਕੀਨਸ ਤਿਆਰੀ। ਫਿਰ ਇਸ ਥਾਂ ਤੋਂ ਗੋਬਿੰਦ ਰਾਏ ਜੀ ਵੀਰ ਦੇ ਸਮੇਤ ਅੱਗੇ ਜਾਣ ਦੇ ਲਈ ਤਿਆਰ ਹੋ ਗਏ ਹਨ। ਜੀ ਸਿਰੋਂ ਪਾਓ ਸੰਗਤਾਂ ਸਾਰੀ। ਜਿਹੜੀਆਂ ਸੰਗਤਾਂ ਜੋ ਵੀ ਮਸੰਦ ਚੱਲ ਕਰਕੇ ਆਏ ਸਨ ਉਹਨਾਂ ਨੂੰ ਗੋਬਿੰਦ ਰਾਏ ਜੀ ਨੇ ਸਤਿਕਾਰ ਵਜੋਂ ਬਹੁਤ ਸਾਰੇ ਜਿਹੜੇ ਸਿਰੋਂ ਪਾਓ ਵੀ ਬਖਸ਼ ਦਿੱਤੇ ਹਨ। ਸੁਣ ਸੁਣ ਜਸ ਕੋ ਨਰ ਸਮੁਦਾਈ। ਜਿਹੜੇ ਵੀ ਕਾਂਸ਼ੀ ਸ਼ਹਿਰ ਦੇ ਵਿੱਚੋਂ ਬੜੇ ਲੋਕ ਜਸ ਸੁਣ ਕਰਕੇ ਦੀਦਾਰ ਕਰਨ ਵਾਸਤੇ ਪਹੁੰਚੇ ਸਨ। ਕਹਿ ਹੈ ਕਰੋ ਸਿੱਖ ਸ਼ਰਣੀ ਆਈ। ਕਈਆਂ ਨੇ ਫਿਰ ਉਸ ਸਮੇਂ ਗੋਬਿੰਦ ਰਾਏ ਜੀ ਦੇ ਪਾਸੋਂ ਗੁਰ ਸਿੱਖੀ ਦੀ ਜਿਹੜੀ ਦਾਤ ਪ੍ਰਾਪਤ ਕਰਨ ਦੇ ਲਈ ਆਪਣੇ ਵੱਲੋਂ ਬੇਨਤੀ ਕਰ ਦਿੱਤੀ ਹੈ। ਦੇਖ ਪਾਓ ਤਿਨ ਕੇ ਮਨ ਕੇਰਾ। ਜਦੋਂ ਮਹਾਰਾਜ ਨੇ ਉਹਨਾਂ ਦੇ ਹਿਰਦੇ ਦਾ ਇਹੋ ਜਿਹਾ ਪ੍ਰੇਮ ਇਹੋ ਜਿਹੀ ਸ਼ਰਧਾ ਭਾਵਨਾ ਜਾਣ ਲਈ ਹੈ। ਪੱਗ ਪਾਹੁਲ ਦੀਨਸ ਤਿਸ ਬੇਰਾ। ਜੋ ਉਸ ਸਮੇਂ ਦੀ ਪਰੰਪਰਾ ਰਹੁ ਰੀਤੀ ਗੁਰੂ ਬਾਬਾ ਜੀ ਦੇ ਦਰਘਰ ਦੇ ਵਿੱਚ ਚਲੀ ਆਉਂਦੀ ਸੀ। ਚਰਨ ਅੰਮ੍ਰਿਤ ਸਿੱਖਾ ਪਿਲਾਇਆ। ਬਹੁਤ ਸਾਰੇ ਗੁਰਮੁਖਾਂ ਨੇ ਗੋਬਿੰਦ ਰਾਏ ਜੀ ਦੇ ਪਾਸੋਂ ਚਰਨ ਪਹੁਲ ਵੀ ਪ੍ਰਾਪਤ ਕਰ ਲਈ ਹੈ। ਜਿਨ ਜਿਨ ਪੀਅਸ ਭਏ ਨਿਹਾਲ। ਜਿਨ੍ਹਾਂ ਨੇ ਚਰਨ ਪੌਲ ਪ੍ਰਾਪਤ ਕੀਤੀ ਉਹਦਾ ਫਿਰ ਸਦਾ ਦੇ ਲਈ ਤਨ ਔਰ ਮਨ ਕਰਕੇ ਨਿਹਾਲ ਹੋ ਗਏ ਸਨ। ਗੁਰ ਪ੍ਰਭਾਉ ਕੋ ਲਖਿਓ ਵਿਸਾਲ। ਸੰਗਤਾਂ ਨੇ ਆਪਣੇ ਆਪ ਹੀ ਬੜਾ ਤੇਜ ਪ੍ਰਤਾਪ ਗੋਬਿੰਦ ਰਾਏ ਜੀ ਦਾ ਬਾਲਕ ਅਵਸਥਾ ਦੇ ਵਿੱਚ ਹੀ ਜਾਣ ਲਿਆ ਹੈ। ਮਿਲ ਸੰਗਤ ਸਭ ਅਰਜ ਉਚਾਰੀ। ਉਸ ਵਕਤ ਬੜੇ ਜਿਹੜੇ ਪ੍ਰੇਮੀ ਇਕੱਠੇ ਹੋ ਕੇ ਗੋਬਿੰਦ ਰਾਏ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨ ਲੱਗ ਪਏ ਸਨ। ਚਲੋ ਪ੍ਰਭੂ ਅਬ ਪੁਰੀ ਮਝਾਰੀ। ਕਹਿ ਲੱਗਾ ਸੱਚੇ ਪਾਤਸ਼ਾਹ ਆਪਣੇ ਤਾਂ ਕਾਸ਼ੀ ਸ਼ਹਿਰ ਤੋਂ ਬਾਹਰਲੇ ਪਾਸੇ ਹੀ ਕਾਫੀ ਟਾਈਮ ਬਤੀਤ ਕਰ ਦਿੱਤਾ ਹੈ ਅਤੇ ਜਿਹੜੇ ਬਨਾਰ ਦੇ ਵਿੱਚ ਰਹਿਣ ਵਾਲੇ ਪ੍ਰੇਮੀ ਉਹ ਵੀ ਆਪ ਦੀ ਬੜੀ ਉਡੀਕ ਕਰ ਰਹੇ ਹਨ। ਸੇਵਕਾ ਯਾਦ ਨਯੋ ਸਭ ਸਾਜ। ਗੋਬਿੰਦ ਰਾਏ ਜੀ ਨੇ ਬਹੁਤ ਸਾਰੀਆਂ ਪਾਲਕੀਆਂ ਵੱਡੇ ਜਿਹੜੇ ਰਾਤੇ ਨਵੇਂ ਤਿਆਰ ਕਰਵਾ ਲਏ ਸੀ। ਉੱਪਰ ਚੜ ਚਾਲੇ ਮਹਾਰਾਜ। ਦੇਨ ਦੁਨੀਆ ਦੇ ਮਾਲਕ ਉਹਨਾਂ ਦੇ ਉੱਪਰ
ਅਸਵਾਰ ਹੋ ਕਰਕੇ ਅੱਗੇ ਨੂੰ ਚੱਲ ਪਏ ਹਨ। ਭੀਰ ਹਜ਼ਾਰੋਂ ਨਰਕੀ ਸੰਗ, ਔਰ ਰਸਤੇ ਦੇ ਵਿੱਚ ਗੋਬਿੰਦ ਰਾਏ ਜੀ ਦੇ ਨਾਲ ਹਜ਼ਾਰਾਂ ਹੀ ਪ੍ਰੇਮੀਆਂ ਦੀ ਬਹੁਤ ਵੱਡੀ ਭੀੜ ਜੁੜ ਗਈ ਹੈ। ਗਮਨੇ ਗੁਰ ਨਿਹਾਰਤ ਸੰਗ, ਗੋਬਿੰਦ ਰਾਏ ਜੀ ਵੀ ਔਰ ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਸਾਰਿਆਂ ਦੇ ਉੱਪਰ ਮੇਰਾ ਪਰੀ ਦ੍ਰਿਸ਼ਟੀ ਪਾ ਰਹੇ ਹਨ। ਸੁਰ ਸਰ ਤੀਰ ਤਰੀ ਅਨਵਾਈ, ਮਹਾਰਾਜ ਨੇ ਆਗਿਆ ਕਰਕੇ ਗੰਗਾ ਦੇ ਕਿਨਾਰੇ ਤੇ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਬੇੜੀਆਂ ਮੰਗਾਵਾ ਲਈਆਂ ਹਨ। ਉਤਰਨ ਪਾਰ ਅਰੂਢ ਗੁਸਾਈ, ਉਹਨਾਂ ਸਮਿਆਂ ਦੇ ਵਿੱਚ ਦਰਿਆਵਾਂ ਨੂੰ ਪਾਰ ਕਰਨ ਦੇ ਲਈ ਵੱਡੇ ਵੱਡੇ ਬੇੜਿਆਂ ਦਾ ਪ੍ਰਬੰਧ ਜਾਂ ਇੰਤਜ਼ਾਮ ਹੋਇਆ ਕਰਦਾ ਸੀ। ਨਾ ਕੋਈ ਪੁਲ, ਨਾ ਕੋਈ ਜਿਵੇਂ ਅੱਜ ਕੱਲ੍ਹ ਥਾਂ ਥਾਂ 'ਤੇ ਪੱਕੀਆਂ ਰੋਡਾਂ ਚਾਰੇ ਪਾਸੇ ਬਣ ਚੁੱਕੀਆਂ ਸਨ, ਪਰ ਉਹਨਾਂ ਸਮਿਆਂ ਦੇ ਵਿੱਚ ਜਿੱਥੇ ਕੋਈ ਵੱਡਾ ਵੱਡਾ ਦਰਿਆਵਾਂ ਦੇ ਪੱਤਣ ਹੋਇਆ ਕਰਦੇ, ਉਸ ਥਾਂ ਤੋਂ ਹੀ ਵੱਡੇ ਵੱਡੇ ਬੇੜਿਆਂ ਦੁਆਰਾ ਸਾਰਾ ਸਮਾਨ, ਚਾਹੇ ਰਥ ਨੇ, ਘੋੜੇ ਨੇ, ਪਾਲਕੀਆਂ ਨੇ, ਇਹ ਸਾਜੋ ਸਮਾਜ ਪਾਰਲੇ ਕਿਨਾਰੇ ਤੇ ਭੇਜਿਆ ਜਾਂਦਾ ਸੀ। ਕੇਵਟ ਨਵਕਾ ਪਾਰ ਲੰਘਾਈ, ਮਲਾਹ ਨੇ ਵੱਡੇ ਵੱਡੇ ਬੇੜੇ ਲਿਆ ਕਰਕੇ ਸਾਰਾ ਸਮਾਨ ਗੋਬਿੰਦ ਰਾਏ ਜੀ ਦਾ ਪਾਰਲੇ ਪਾਸੇ ਪਹੁੰਚਾ ਦਿੱਤਾ ਸੀ। ਦਰਬ ਦੀਨ ਬਹੁ ਸੀ ਹਰ ਖਾਈ, ਸਤਿਗੁਰੂ ਜੀ ਨੇ ਵੀ ਉਹਨਾਂ ਮਲਾਹਾਂ ਨੂੰ ਬੜੀ ਮਾਇਆ, ਬੜਾ ਧਨ ਪਰ ਸਾਨੂੰ ਕਰਕੇ ਆਪਣੇ ਵੱਲੋਂ ਬਖਸ਼ ਦਿੱਤਾ ਸੀ। ਜਿਸ ਜਿਸ ਗਰੀਆਂ ਨ ਜਾਹੇ ਅਗਾਰੀ, ਜਿਨ੍ਹਾਂ ਜਿਨ੍ਹਾਂ ਗਲੀਆਂ ਬਾਜ਼ਾਰਾਂ ਵਿੱਚੋਂ ਦੀ ਗੋਬਿੰਦ ਰਾਏ ਜੀ ਅੱਗੇ ਤੋਂ ਅੱਗੇ ਬਹੁਤ ਵੱਡੀ ਭੀੜ ਦੇ ਨਾਲ ਜਾ ਰਹੇ ਹਨ। ਚੜੀ ਅਟਾਰਨ ਦਰਸਹ ਨਾਰੀ, ਇਤਨੀ ਜਿਹੜੀ ਸੰਗਤਾਂ ਦੀ ਭੀੜ ਇਕੱਠੀ ਹੋ ਗਈ ਗਲੀਆਂ ਬਾਜ਼ਾਰਾਂ ਦੇ ਵਿੱਚ, ਬਹੁਤ ਸਾਰੇ ਤਾਂ ਫਿਰ ਆਪੋ ਆਪਣੇ ਮਕਾਨਾਂ 'ਤੇ ਵੀ ਚੜ ਕਰਕੇ ਬੈਠ ਗਏ ਹਨ। ਜਿਨ ਕੰਮ ਮੈਂ ਤੜਕਾ ਚਮਕਾਵੇ, ਪਰ ਉਹਨਾਂ ਦੇ ਸਰੀਰਾਂ ਦੇ ਉੱਪਰ ਪਾਏ ਹੋਏ ਬਸਤਰ ਇਉਂ ਚਮਕ ਰਹੇ ਹਨ ਜਿਵੇਂ ਸਾਉਣ ਭਾਦੋਂ ਦੇ ਮਹੀਨੇ ਦੇ ਵਿੱਚ ਕਾਲੇ ਬੱਦਲਾਂ ਦੇ ਅੰਦਰ ਬਿਜਲੀ ਲਿਸ਼ਕਿਆ ਕਰਦੀ ਹੈ। ਬੇਸਦ ਸਦਨ ਮਹਿ ਤਥਾ ਸੁਹਾਵੇ, ਇਸੇ ਤਰ੍ਹਾਂ ਜਿਹੜੇ ਵੀ ਚਾਹੇ ਕੋਈ ਇਸਤਰੀ ਆ ਚਾਹੇ ਪੁਰਸ਼ ਹੈ, ਵੱਡੇ ਵੱਡੇ ਘਰ ਚਿੱਟੇ ਘਰਾਂ ਦੇ ਵਿੱਚ ਰਹਿਣ ਵਾਲੇ ਇਉਂ ਸੋਭਾ ਪਾ ਰਹੇ ਹਨ। ਅਦ ਕਪੀਰ ਪਰ ਗਰੀਨ ਬੀਚ, ਗਲੀਆਂ ਬਾਜ਼ਾਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਭੀੜ ਜਿਹੜੀ ਸੰਗਤਾਂ ਦੀ ਵਧਣੀ ਸ਼ੁਰੂ ਹੋ ਗਈ ਹੈ। ਬੰਦਤ ਦੂਰ ਊਚ ਹਰ ਨੀਚ, ਚਾਹੇ ਕੋਈ ਊਂਚਾ ਹੈ, ਨੀਚ ਹੈ, ਅਮੀਰ ਹੈ, ਗਰੀਬ ਹੈ, ਸਾਰੇ ਆ ਕਰਕੇ ਗੋਬਿੰਦ ਰਾਏ ਜੀ ਦੇ ਅੱਗੇ ਆਪਣਾ ਸੀਸ ਝੁਕਾਉਣ ਲੱਗ ਪਏ ਹਨ। ਨਿਕਟ ਹੋਣ ਕੀ ਸ਼ਕਤ ਨਾ ਪਾਵੇ, ਜਿਹੜੇ ਕਈ ਗੁਰ ਸਿੱਖ ਗੋਬਿੰਦ ਰਾਏ ਜੀ ਦੇ ਨੇੜੇ ਹੋ ਕਰਕੇ ਮੱਥਾ ਟੇਕਣਾ ਚਾਹੁੰਦੇ ਨੇ, ਉਹਨਾਂ ਵਿਚਾਰਿਆਂ ਨੂੰ ਥਾਂ ਨਹੀਂ ਮਿਲਦੀ। ਇਤਨੀ ਭੀੜ ਚਾ ਗੋਬਿੰਦ ਰਾਏ ਜੀ ਦੇ ਚਾਰੇ ਪਾਸੇ ਸੰਗਤਾਂ ਦੀ ਇਕੱਠੀ ਹੋ ਗਈ ਹੈ। ਨੀਠ ਨੀਠ ਗੁਰ ਅਗਰ ਸਿਧਾਵੇ, ਗੋਬਿੰਦ ਰਾਏ ਜੀ ਬੜੀਆਂ ਸੰਗਤਾਂ ਦੇ ਸਮੇਤ ਮਸਾਂ ਮਸਾਂ ਅੱਗੇ ਤੋਂ ਅੱਗੇ ਗਲੀਆਂ ਬਾਜ਼ਾਰਾਂ ਦੇ ਵਿੱਚ ਜਾਂਦੇ ਹਨ। ਮਹਾ ਕੁਲਾਹਲ ਪੁਰ ਮਹਿ ਹੋਵਾ, ਕਾਂਸ਼ੀ ਸ਼ਹਿਰ ਦੇ ਵਿੱਚ ਚਾਰੇ ਪਾਸੇ ਬੜਾ ਇਹੋ ਜਿਹਾ ਰੌਲਾ ਗੌਲਾ ਗਲੀਆਂ ਬਾਜ਼ਾਰਾਂ ਦੇ ਵਿੱਚ ਪੈਣ ਲੱਗ ਪਿਆ ਸੀ। ਛੜ ਕੋਠਨ ਨਰ ਨਾਰਨ ਜੋਵਾ, ਬਾਇਆਂ ਤੇ ਜਿਹੜੇ ਇਸਤਰੀ ਔਰ ਪੁਰਸ਼ ਆਪੋ ਆਪਣੀਆਂ ਅਟਾਰੀਆਂ ਤੇ ਚੜ੍ਹ ਕਰਕੇ ਫਿਰ ਗੋਬਿੰਦ ਰਾਏ ਜੀ ਦਾ ਦਰਸ਼ਨ ਕਰਦੇ ਹਨ। ਪੁਸ਼ਪਨ ਬਰਖਾ ਕਹੋ ਬਹੁ ਡਾਰੇ, ਬੜੇ ਗੁਰਮੁਖਾਂ ਨੇ ਆਪੋ ਆਪਣੇ ਘਰਾਂ 'ਤੇ ਬੈਠ ਕੇ ਵੱਡੇ ਵੱਡੇ ਜਿਹੜੇ ਉਂਜਲ ਫੁੱਲਾਂ ਦੇ ਭਰ ਕੇ ਗੋਬਿੰਦ ਰਾਏ ਜੀ ਦੇ ਉੱਪਰ ਸੁੱਟਣੇ ਸ਼ੁਰੂ ਕਰ ਦਿੱਤੇ ਸੀ। ਮੰਦ ਮੰਦ ਗਮਨੰਤ ਨਿਹਾਰੇ, ਗੋਬਿੰਦ ਰਾਏ ਜੀ ਵੀ ਸੰਗਤਾਂ ਨੂੰ ਨਿਹਾਲ ਕਰਦਿਆਂ ਹੋਇਆਂ ਸਹਿਜੇ ਸਹਿਜੇ ਅੱਗੇ ਤੋਂ ਅੱਗੇ ਗਲੀਆਂ ਬਾਜ਼ਾਰਾਂ ਦੇ ਵਿੱਚੋਂ ਦੀ ਜਾ ਰਹੇ ਸੀ। ਕਹਿ ਕਿ ਮਹਾਰਾਜ ਸਮ ਲੱਛਨ, ਕਈ ਕਹਿੰਦੇ ਨੇ ਵੀ ਗੋਬਿੰਦ ਰਾਏ ਜੀ ਦਾ
ਤੇਜ ਪ੍ਰਤਾਪ ਤਾਂ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਸਮਾਨ ਸਾਹਮਣੇ ਸੋਭਾ ਪਾ ਰਿਹਾ ਹੈ। ਬੈਸ ਤਰਨ ਹੋਈ ਵੱਡੀ ਵਿਚਛਨ। ਜਦੋਂ ਇਹਨਾਂ ਦੀ ਉਮਰ ਹੋ ਗਈ ਵੱਡੀ, ਫਿਰ ਤਾਂ ਜਿਹੜੇ ਚੱਕਰਵਰਤੀ ਰਾਜੇ ਮਹਾਰਾਜੇ ਉਹਨਾਂ ਦੇ ਤੇਜ ਪ੍ਰਤਾਪ ਨੂੰ ਗੋਬਿੰਦ ਰਾਏ ਜੀ ਨੇ ਮਾਤ ਪਾ ਦੇਣਾ ਹੈ। ਕਿਰਪਾ ਦ੍ਰਿਸ਼ਟ ਦੇਖਤ ਸਭ ਔਰ। ਸਤਿਗੁਰੂ ਜੀ ਵੀ ਸਾਰੇ ਪ੍ਰੇਮੀਆਂ ਦੇ ਵੱਲ ਬਾਰ-ਬਾਰ ਬੜੀ ਮੇਰਾ ਭਰੀ ਦ੍ਰਿਸ਼ਟੀ ਦੇ ਨਾਲ ਤੱਕ ਰਹੇ ਹਨ। ਜਿਤ ਕਿਤ ਖਰੀ ਸਰਬ ਕਰ ਜੋਰ। ਜਿੱਥੇ ਵੀ ਕੋਈ ਮਾਈ ਔਰ ਪਾਈ ਖੜੇ, ਸਾਰਿਆਂ ਦੇ ਆਪਣੇ ਆਪ ਹੀ ਦਰਸ਼ਨ ਕਰਨ ਦੇ ਨਾਲ ਹੀ ਹੱਥ ਜੁੜ ਜਾਂਦੇ ਹਨ। ਕਿਤ ਕਥਾਉ ਨਹਿ ਪ੍ਰਾਪਤ ਹੋਈ। ਜਿਨ੍ਹਾਂ ਨੂੰ ਹੁਣ ਨੇੜੇ ਹੋ ਕੇ ਦਰਸ਼ਨ ਕਰਨ ਦਾ ਟਾਈਮ ਨਹੀਂ ਪ੍ਰਾਪਤ ਹੋਇਆ ਸੀ, ਜਹ ਥਿਰਤਾ ਕਰ ਦਰਸ਼ਨ ਜੋਈ। ਸਿਆਣੇ ਤਾਂ ਪਹਿਲੀ ਸੋਚ ਲੈਂਦੇ ਨੇ ਵੀ ਜਿੱਥੇ ਥਾਂ ਮਿਲ ਗਈ ਉੱਥੇ ਹੀ ਖੜ ਜਾਓ। ਆਪਾਂ ਨੂੰ ਫਿਰ ਵੀ ਦੀਨ ਦੁਨੀਆ ਦੇ ਮਾਲਕ ਦੇ ਦੀਦਾਰ ਤਾਂ ਸਾਹਮਣੇ ਹੋ ਜਾਣੇ ਹਨ। ਤਿਸ ਛੇਨਾ ਜਿਨ ਜਿਨ ਸਤਿਗੁਰ ਹੀਰਾ। ਉਸ ਸ਼ਨ ਜਿਨ੍ਹਾਂ ਨੇ ਵੀ ਆ ਕੇ ਗੋਬਿੰਦ ਰਾਏ ਜੀ ਦੇ ਦਰਸ਼ਨ ਨਹੀਂ ਕੀਤੇ ਸੀ, ਭਇਓ ਸਭਨਾ ਆਨੰਦ ਕਨੇਰਾ। ਜਿਨ੍ਹਾਂ ਨੇ ਦੀਦਾਰ ਕਰ ਲਿਆ ਉਹਨਾਂ ਦੇ ਮਨ ਬੜੇ ਆਨੰਦ ਬੜੇ ਉਤਸ਼ਾਹ ਦੇ ਸਹਿਤ ਹੋ ਗਏ ਸਨ। ਜਿਸ ਨਹਿ ਪਿਖਿਓ ਰਹਿਓ ਪਛਤਾਵਤ। ਜਿਨ੍ਹਾਂ ਨੇ ਗੋਬਿੰਦ ਰਾਏ ਜੀ ਦਾ ਆ ਕਰਕੇ ਦਰਸ਼ਨ ਹੀ ਕੀਤਾ, ਉਹਨਾਂ ਦੇ ਹਿਰਦੇ ਦੇ ਅੰਦਰ ਬੜਾ ਪਛਤਾਵਾ ਪੈਦਾ ਹੋ ਗਿਆ ਸੀ। ਭਾਗ ਮੰਦ ਹਮ ਲਹਿ ਨ ਆਬਤ। ਸੋਚਦੇ ਨੇ ਵੀ ਅਸੀਂ ਕਿਤਨੇ ਮਾੜੇ ਭਾਗਾਂ ਵਾਲੇ, ਗੋਬਿੰਦ ਰਾਏ ਜੀ ਚੱਲ ਕਰਕੇ ਸਾਡੇ ਸ਼ਹਿਰ ਦੇ ਵਿੱਚ ਵੀ ਆ ਗਏ ਤਾਂ ਵੀ ਜਾ ਕਰਕੇ ਸਾਥੋਂ ਦੀਨ ਦੁਨੀਆ ਦੇ ਮਾਲਕ ਦਾ ਦਰਸ਼ਨ ਨਹੀਂ ਕਰ ਹੋਇਆ ਹੈ। ਜਾਤ ਬਾਜ਼ਾਰ ਵਿਖੇ ਸੋ ਨਿਹਾਰੈ। ਗਲੀਆਂ ਬਾਜ਼ਾਰਾਂ ਦੇ ਵਿੱਚੋਂ ਦੀ ਜਾਂਦਿਆਂ ਹੋਇਆ ਜਿਨ੍ਹਾਂ ਨੇ ਵੀ ਗੋਬਿੰਦ ਰਾਏ ਜੀ ਦਾ ਨੇਤਰਾਂ ਦੇ ਨਾਲ ਦੀਦਾਰ ਕੀਤਾ ਸੀ, ਤੇਰੇ ਦੂਰ ਹੀ ਬੰਧਨ ਧਾਰੈ। ਪਰ ਬੜੇ ਜਿਹੜੇ ਸਿਆਣੇ ਗੁਰਮੁਖ ਉਹਦਾ ਦੂਰੋਂ ਖੜਿਆ ਹੋਇਆ ਹੀ ਗੋਬਿੰਦ ਰਾਏ ਜੀ ਦੇ ਅੱਗੇ ਆਪਣਾ ਸੀਸ ਝੁਕਾ ਦਿੰਦੇ ਹਨ। ਤੁੰਗ ਆਟਾ ਕੰਨ ਘਟਾ ਮਿਲੰਤੀ। ਜਿਹੜੀਆਂ ਕਾਂਸ਼ੀ ਸ਼ਹਿਰ ਦੀਆਂ ਇਤਨੀਆਂ ਵੱਡੀਆਂ ਅਟਾਰੀਆਂ ਵੱਡੀਆਂ ਹਵੇਲੀਆਂ ਕਈ ਮੰਜ਼ਲਾਂ ਉੱਚੀਆਂ ਜੋ ਵੀ ਬਣੀਆਂ ਹੋਈਆਂ ਸਨ, ਤੁਜ ਧਾਮਨ ਪਰ ਗਨ ਪਹਿਰੰਤੀ। ਅਮੀਰ ਤਨਾੜ ਸ਼ਾਹੂਕਾਰਾਂ ਨੇ ਆਪੋ ਆਪਣੀਆਂ ਹਵੇਲੀਆਂ ਆਪੋ ਆਪਣੀਆਂ ਅਟਾਰੀਆਂ ਤੇ ਵੱਡੀਆਂ ਝੰਡੀਆਂ ਵੀ ਲਗਾਈਆਂ ਹੋਈਆਂ ਸਨ। ਜਿਵੇਂ ਦੁਨੀ ਜਾਂਦੇ ਨੇ ਆਪਣੇ ਮਕਾਨ ਤੇ ਜਿਹੜੀਆਂ 7 ਝੰਡੀਆਂ ਲਗਾਈਆਂ ਹੋਈਆਂ ਸਨ, ਇਸੇ ਤਰ੍ਹਾਂ ਬਨਾਰਸ ਦੇ ਵਿੱਚ ਵੀ ਬੜਿਆਂ ਨੇ ਆਪੋ ਆਪਣੀਆਂ ਜਿਹੜੀਆਂ ਹਵੇਲੀਆਂ ਆਪੋ ਆਪਣੀਆਂ ਅਟਾਰੀਆਂ ਤੇ ਵੱਡੀਆਂ ਜਿਹੜੀਆਂ ਝੰਡੀਆਂ ਲਗਾਈਆਂ ਹੋਈਆਂ ਸਨ। ਮਨੋ ਪੰਖ ਕੋ ਲਾਈ ਚਹੰਤੀ। ਇਉਂ ਪ੍ਰਤੀਤ ਹੁੰਦਾ ਸੀ ਵੀ ਜਿਵੇਂ ਵੱਡੀਆਂ ਹਵੇਲੀਆਂ ਆਪਣੇ ਖੰਭ ਲਗਾ ਕਰਕੇ ਤਾਂ ਆਕਾਸ਼ ਦੇ ਵੱਲ ਉੱਡਣਾ ਚਾਹੁੰਦੀਆਂ ਹਨ। ਉੱਡਹਿ ਗਗਨ ਕਹੋ ਇਮ ਦ੍ਰਿਸ਼ਟੰਤੀ। ਜਿਹੜੀਆਂ ਹਵੇਲੀਆਂ ਦੀ ਉਚਾਈ ਇਤਨੀ ਹੈ ਵੀ ਜਿਵੇਂ ਬੱਦਲਾਂ ਨੂੰ ਸਪਰਸ਼ ਕਰਦੀਆਂ ਹੋਣ। ਕਈ ਮਜਲੀਆਂ ਕੋਠੀਆਂ ਅੱਜ ਵੀ ਦਿੱਲੀ ਸ਼ਹਿਰ ਵਰਗੇ ਵੱਡੇ ਟਾਊਨਾਂ ਦੇ ਅੰਦਰ ਬਣੀਆਂ ਹੁੰਦੀਆਂ ਹਨ। ਚਿਤਰਤ ਭੀਤ ਬਿਹੰਗ ਅਰ ਬਾਗ। ਜਿਨ੍ਹਾਂ ਹਵੇਲੀਆਂ ਦੀਆਂ ਕੰਧਾਂ ਦੇ ਉੱਪਰ ਨਾਨਾ ਪ੍ਰਕਾਰ ਦੀ ਲੋਕਾਂ ਨੇ ਚਿੱਤਰਕਾਰੀ ਵੀ ਕਰਵਾਈ ਹੋਈ ਹੈ। ਆਦਿਕ ਸ਼ਿਵਾਲੀ ਪੂਜਨ ਲਾਗ। ਜਿਹੜੇ ਬ੍ਰਾਹਮਣ ਪੰਡਤ ਉਹ ਸ਼ਿਵ ਜੀ ਭਗਵਾਨ ਦੇ ਵੱਡੇ ਮੰਦਰਾਂ ਦੀ ਪੂਜਾ ਵੀ ਕਰ ਰਹੇ ਹਨ। ਬਾਨਕ ਧਨ ਦਸਮ ਬੈਠੇ ਬਰਿੰਦ। ਜਿਹੜੇ ਨੇ ਕਾਂਸ਼ੀ ਸ਼ਹਿਰ ਦੇ ਵਿੱਚ ਵਸਣ ਵਾਲੇ ਅਮੀਰ ਤਨਾੜ ਲੋਕ ਉਹ ਕੁਬੇਰ ਦੇ ਸਮਾਨ ਆਪੋ ਆਪਣੀਆਂ ਦੁਕਾਨਾਂ 'ਤੇ ਬੈਠ ਕਰਕੇ ਵੱਡੇ
ਵਪਾਰ ਕਰ ਰਹੇ ਸਨ। ਕਰਤ ਬਨਜ ਕੋ ਸੁਖੀ ਬਿਲੰਦ। ਇਹ ਜਿਹੜੇ ਅਮੀਰ ਧਨਾੜ ਵਪਾਰ ਕਰਦਿਆਂ ਇਹਨਾਂ ਨੇ ਬੜੇ ਸੁੱਖ ਵੀ ਪ੍ਰਾਪਤ ਕੀਤੇ ਹੋਏ ਸੀ। ਪਿਖ ਆਬਤ ਗੁਰ ਹਵੈ ਸਭ ਠਾਂਡੀ। ਜਦੋਂ ਗੋਬਿੰਦ ਰਾਏ ਜੀ ਦਾ ਕੀਤਾ ਦਰਸ਼ਨ, ਸਾਰੇ ਆਪਣੇ ਆਪ ਹੀ ਤੇਜ ਪ੍ਰਤਾਪ ਦੇ ਕੇ ਗਲੀਆਂ ਬਾਜ਼ਾਰਾਂ ਦੇ ਵਿੱਚ ਲੋਕ ਖੜੇ ਹੋ ਜਾਂਦੇ ਹਨ। ਹਾਥਨ ਜੋਰ ਨਮਹਿ ਮੁੱਧ ਬਾਢੀ। ਬਾਰ ਗੋਬਿੰਦ ਰਾਏ ਜੀ ਦੇ ਅੱਗੇ ਹੱਥ ਜੋੜ ਕਰਕੇ ਮੱਥਾ ਟੇਕਣ ਲੱਗ ਜਾਂਦੇ ਹਨ। ਸਭ ਦਿਸ਼ ਦੇਖਤ ਸਤਿਗੁਰ ਚੱਲੀ। ਸਤਿਗੁਰੂ ਜੀ ਵੀ ਸਾਰਿਆਂ ਦੇ ਵੱਲ ਆਪਣੀ ਜਿਹੜੀ ਅੰਮ੍ਰਿਤਮਈ ਦ੍ਰਿਸ਼ਟੀ ਪਾਉਂਦੇ ਹੋਏ ਅੱਗੇ ਤੋਂ ਅੱਗੇ ਗਲੀਆਂ ਬਾਜ਼ਾਰਾਂ ਦੇ ਵਿੱਚੋਂ ਦੀ ਜਾ ਰਹੇ ਹਨ। ਸਭ ਭਾਖਤ ਹਮ ਦਿਸ਼ ਮੁਖ ਭਲੀ। ਜਿਨ੍ਹਾਂ ਦੀਦਾਰ ਕੀਤਾ ਉਹੀ ਕਹਿੰਦਾ ਵੀ ਗੋਬਿੰਦ ਰਾਏ ਜੀ ਨੇ ਆਪਣੀ ਜਿਹੜੀ ਮਨਮੋਹਣੀ ਮੂਰਤ ਮੇਰੇ ਵਾਲੀ ਕੀਤੀ ਹੋਈ ਸੀ। ਕਹੋ ਨੇ ਵੀ ਜੋ ਦਿੱਲੀ ਸ਼ਹਿਰ ਦੀ ਕਾਸ਼ੀ ਸ਼ਹਿਰ ਦੀ ਕਥਾ ਕਿੱਥੋਂ ਤੱਕ ਵਰਣਨ ਕਰ ਸਕਦੇ ਹਾਂ। ਉਸ ਤਬ ਭਇਓ ਕੁਲਾਹਲ ਜਥਾ। ਗਲੀਆਂ ਬਾਜ਼ਾਰਾਂ ਦੇ ਵਿੱਚ ਥਾਂ ਤੇ ਬੜੇ ਉਤਸ਼ਾਹ, ਥਾਂ ਤੇ ਲੋਕਾਂ ਨੇ ਮੰਗਲਾਚਾਰ ਕਰਨੇ ਸ਼ੁਰੂ ਕਰ ਦਿੱਤੇ ਸੀ। ਘਰ ਘਰ ਦਰ ਦਰ ਗੁਰ ਕੀ ਕੀਰਤ। ਗੋਬਿੰਦ ਰਾਏ ਜੀ ਦੀ ਜਿਹੜੀ ਕੀਰਤੀ ਵਡਿਆਈ ਸੋਭਾ ਉਹ ਤਾਂ ਘਰ ਘਰ ਦੇ ਵਿੱਚ ਦਰ ਦੇ ਵਿੱਚ ਚਾਰੇ ਪਾਸੇ ਹੀ ਫੈਲ ਚੁੱਕੀ ਹੈ। ਕਾਂਸੀ ਵਿਖੇ ਮਹਾ ਵਿਸਤੀਰਤ। ਜੋ ਕਾਂਸੀ ਸ਼ਹਿਰ ਗੰਗਾ ਦੇ ਕਿਨਾਰੇ ਤੇ ਬੜੇ ਲੰਮੇ ਸਮੇਂ ਤੋਂ ਵਸਿਆ ਹੋਇਆ ਹੈ। ਜਿਸ ਨਗਰ ਦੇ ਵਿੱਚ ਭਗਤ ਕਬੀਰ ਜੀ ਹੈ, ਭਗਤ ਰਵਿਦਾਸ ਜੀ, ਇਸੇ ਤਰ੍ਹਾਂ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ, ਉਹਨਾਂ ਦੇ ਵੀ ਬਹੁਤ ਵੱਡੇ ਸਥਾਨ ਬਣੇ ਹੋਏ ਹਨ। ਜਿਸ ਥਾਂ 'ਤੇ ਭਗਤ ਕਬੀਰ ਜੀ ਦੇ ਜਨਮ ਬਾਰੇ ਭਾਵੇਂ ਉਹਨਾਂ ਦੀ ਜਿਹੜੀ ਸੰਪਰਦਾ ਦੇ ਮੁਤਾਬਕ 2 ਤਾਰਾਂ ਦੀਆਂ ਵੀ 4 ਤਾਰਾਂ ਚਲੀਆਂ ਆਉਂਦੀਆਂ ਹਨ। ਕਈਆਂ ਦਾ ਖਿਆਲ ਹੈ ਵੀ ਜਦੋਂ ਸਵਾਮੀ ਰਾਮਾਨੰਦ ਜੀ ਦੇ ਬਚਨਾਂ ਦੁਆਰਾ ਇੱਕ ਵਿਧਵਾ ਬ੍ਰਾਹਮਣੀ ਨੂੰ ਵਰ ਪ੍ਰਾਪਤ ਹੋਇਆ, ਉਸ ਨੇ ਆਪਣੀ ਇੱਜ਼ਤ ਆਬਰੂ ਦੇ ਉੱਪਰ ਪਰਦਾ ਪਾਉਣ ਦੇ ਲਈ ਭਗਤ ਕਬੀਰ ਜੀ ਨੂੰ ਜਨਮ ਮੌਕੇ ਬਾਹਰਲੇ ਪਾਸੇ ਰੱਖ ਦਿੱਤਾ ਸੀ। ਦੂਜੇ ਨੰਬਰ 'ਤੇ ਜਿਹੜੇ ਨੇ ਕਬੀਰ ਪੰਥੀ, ਉਹ ਕਹਿੰਦੇ ਨੇ ਵੀ ਜਦੋਂ ਭਗਵਾਨ ਦੇ ਮਨ ਦੇ ਵਿੱਚ ਦੁਨੀਆ ਦਾ ਭਲਾ ਕਰਨ ਵਾਸਤੇ ਇਹ ਫੁਰਨਾ ਪੈਦਾ ਹੋਇਆ ਵੀ ਆਪਣੇ ਆਪ ਹੀ ਭਗਵਾਨ ਜੀ ਨਾ ਇੱਕ ਬਾਲਕ ਰੂਪ ਦੇ ਵਿੱਚ ਪ੍ਰਗਟ ਹੋ ਗਏ ਸਨ। ਭਗਤ ਕਬੀਰ ਜੀ ਦੀ ਜਗ੍ਹਾ ਭਾਵੇਂ ਹੈ ਤਾਂ ਛੋਟੀ ਜੀ, ਪਰ ਅੱਜ ਤੱਕ ਉਹਨਾਂ ਦੀ ਯਾਦਗਾਰ ਉਸੇ ਤਰ੍ਹਾਂ ਕਾਇਮ ਹੈ। ਇਸੇ ਤਰ੍ਹਾਂ ਭਗਤ ਰਵਿਦਾਸ ਜੀ, ਉਹਨਾਂ ਦਾ ਵੀ ਸੁੰਦਰ ਸਥਾਨ ਕਾਸ਼ੀ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈ। ਜਿਹੜੇ ਸ਼ਿਵ ਜੀ ਭਗਵਾਨ ਦੇ ਤਾਂ ਬਹੁਤ ਹੀ ਵੱਡੇ ਮੰਦਰ ਬਣੇ ਹੋਏ ਹਨ। ਅੰਤਰਪੁਰੀ ਉਤਾਰਨ ਕਰੀ। ਸੰਗਤਾਂ ਨੇ ਲਿਆ ਕੇ ਗੋਬਿੰਦ ਰਾਏ ਜੀ ਦਾ ਜਿਹੜਾ ਉਤਾਰਾ ਕਾਸ਼ੀ ਸ਼ਹਿਰ ਦੇ ਅੰਦਰਲੇ ਪਾਸੇ ਕਰਵਾ ਦਿੱਤਾ ਸੀ। ਖਾਨ ਪਾਨ ਸੁਪਤੇ ਸੁਖ ਧਰੀ। ਜਦੋਂ ਸਵਰ ਦਾ ਹੋਇਆ ਛਪਾ, ਉਸ ਵਕਤ ਸੰਗਤਾਂ ਨੇ ਸਾਰੇ ਸੇਵਕਾਂ ਦਾਸਾਂ ਦੇ ਲਈ ਲੰਗਰ ਪਾਣੀ ਦਾ ਵੀ ਪ੍ਰਬੰਧ ਕਰ ਦਿੱਤਾ ਸੀ। ਭਈ ਪ੍ਰਾਤ ਤਿਆਰੀ ਕਰਵਾਈ। ਗੋਬਿੰਦ ਰਾਏ ਜੀ ਨੇ ਅਗਲੇ ਸਵੇਰੀ ਆਪਣੇ ਡੇਰੇ ਕੂਚ ਕਰਨ ਦੇ ਲਈ ਤਿਆਰੀਆਂ ਕਰਵਾ ਦਿੱਤੀਆਂ ਹਨ। ਸਾਜੇ ਬਾਹਨ ਰੁਚਰ ਸੁਹਾਈ। ਜਿਹੜੇ ਰਥ ਵੀ ਪਾਲਕੀਆਂ ਇਹ ਸੇਵਕਾਂ ਦਾਸਾਂ ਨੇ ਆਪੋ ਆਪਣੀਆਂ ਤਿਆਰ ਕਰ ਲਈਆਂ ਹਨ। ਦੋਹਰਾ ਸਗਰੀ ਨਿਸਮੈ ਸਿੱਖ ਮਿਲੈ ਸ਼ਬਦ ਅਨਕ ਵਿਦ ਗਾਏ। ਔਰ ਰਾਤ ਦੇ ਮੌਕੇ ਵੀ ਸੰਗਤਾਂ ਨੇ ਆ ਕੇ ਗੋਬਿੰਦ ਰਾਏ ਜੀ ਦੇ ਪਾਸ ਔਰ ਰੱਬੀ ਬਾਣੀ ਦੇ ਸ਼ਬਦਾਂ ਦਾ
ਬੜਾ ਲੰਮਾ ਟਾਈਮ ਦਰਸ਼ਨ ਕੀਤਾ ਸੀ। ਤਾਲ ਮਿਰਦੰਗ ਰਬਾਬਤੀ ਸਤਿਗੁਰ ਭਲੇ ਰਿਝਾਈ। ਐਸੇ ਤਰ੍ਹਾਂ ਮੇਰਾ ਦੰਗ ਹੈ ਰਬਾਬ ਵਜਾ ਵਜਾ ਕੇ ਗੋਬਿੰਦ ਰਾਏ ਜੀ ਦੀਆਂ ਬੜੀਆਂ ਖੁਸ਼ੀਆਂ ਵੀ ਉਹਨਾਂ ਪ੍ਰੇਮੀਆਂ ਨੇ ਪ੍ਰਾਪਤ ਕਰ ਲਈਆਂ ਸਨ। ਚੌਪਈ ਪ੍ਰਾਤ ਭਈ ਗੁਰ ਕੀ ਨਿਸ਼ਾਨੀ। ਜਦੋਂ ਅੰਮ੍ਰਿਤ ਵੇਲਾ ਹੋਇਆ ਉਸੇ ਵਕਤ ਗੋਬਿੰਦ ਰਾਏ ਜੀ ਇਸ਼ਨਾਨ ਕਰਨ ਦੇ ਲਈ ਸਾਵਧਾਨ ਹੋ ਗਏ ਹਨ। ਸਿੱਖਾਂ ਚਰਨ ਪਖਾਰਨ ਠਾਨੀ। ਜਿਹੜੇ ਨੇ ਪਿਆਰ ਵਾਲੇ ਗੁਰ ਸਿੱਖ ਉਹਨਾਂ ਨੇ ਗੋਬਿੰਦ ਰਾਏ ਜੀ ਦੇ ਚਰਨ ਧੋ ਕੇ ਜਿਹੜੀ ਹੈ ਉਸ ਸਮੇਂ ਦੀ ਪਰੰਪਰਾ ਰੋ ਰੀਤੀ ਜੋ ਹੈ ਖਾਲਸਾ ਪੰਥ ਹੈ ਤਾਂ ਉਹ ਸਤਿਗੁਰੂ ਜੀ ਨੇ ਆਨੰਦਪੁਰ ਦੀ ਉਸ ਪਾਵਨ ਧਰਤੀ ਤੇ ਆ ਕਰਕੇ ਸਾਜਿਆ ਸੀ। ਪਰ ਉਹ ਸਮੇਂ ਜਿਹੜੀ ਮਰਜ਼ਾਦਾ ਗੁਰੂ ਬਾਬਾ ਜੀ ਤੋਂ ਪ੍ਰਚਲਿਤ ਹੋਈ ਬਹੁਤਿਆਂ ਨੇ ਗੋਬਿੰਦ ਰਾਏ ਜੀ ਦੇ ਪਾਸੋਂ ਚਰਨ ਪਹਲ ਵੀ ਪ੍ਰਾਪਤ ਕਰ ਲਈ ਹੈ। ਚਰਨ ਉਦਕ ਲੈ ਨਿਜ ਨਿਜ ਧਾਮੋ। ਗੋਬਿੰਦ ਰਾਏ ਜੀ ਦੇ ਚਰਨਾਂ ਦਾ ਲੈ ਕਰਕੇ ਜਲ ਗੁਰਮੁਖ ਆਪੋ ਆਪਣੇ ਘਰਾਂ ਦੇ ਵਿੱਚ ਚਲੇ ਗਏ ਹਨ। ਪਾਨ ਕਰਿਓ ਲੈ ਸ਼੍ਰੀ ਪ੍ਰਭ ਨਾਮੋ। ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਲੈ ਕਰਕੇ ਕਈ ਤਾਂ ਉਹ ਹੈ ਜਿਹੜਾ ਚਰਨ ਪੌਲ ਉਹ ਛਕ ਵੀ ਲੈਂਦੇ ਸਨ। ਸਭ ਤਲ ਮੈਂ ਸ਼ਿਰਕਾਵਨ ਕਰਿਓ। ਜਿਹੜੇ ਗੋਬਿੰਦ ਰਾਏ ਜੀ ਦੇ ਚਰਨਾਂ ਦਾ ਜਲ ਆਪੋ ਆਪਣੇ ਘਰਾਂ ਦੇ ਵਿੱਚ ਵੀ ਜਾ ਕਰਕੇ ਛਿੜਕਣ ਲੱਗ ਜਾਂਦੇ ਹਨ। ਸਹਿਤ ਕੁਟੰਬ ਸਿੱਖ ਗਨ ਤਰਿਓ। ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਐਸੀ ਭਾਵਨਾ ਪੈਦਾ ਹੋ ਗਈ ਵੀ ਅਸੀਂ ਗੋਬਿੰਦ ਰਾਏ ਜੀ ਦੇ ਪਾਸੋਂ ਗੁਰ ਸਿੱਖੀ ਦੀ ਦਾਤ ਪ੍ਰਾਪਤ ਕਰਨੀ ਹੈ, ਉਹ ਫਿਰ ਆਪਣੇ ਆਪ ਹੀ ਮਹਾਰਾਜ ਦੇ ਪਾਸ ਆ ਕਰਕੇ ਚਰਨ ਪਹੁਲ ਛਕ ਲੈਂਦੇ ਹਨ। ਬਾਹਨ ਹੋਈ ਤਿਆਰ ਢਿੱਗ ਆਈ। ਜਦੋਂ ਗੋਬਿੰਦ ਰਾਏ ਜੀ ਦੀ ਸਵਾਰੀ ਤਿਆਰ ਹੋ ਕੇ ਨੇੜੇ ਆ ਗਈ ਹੈ, ਦਾਸਨ ਗਨ ਕੋ ਬਹੁ ਹਰ ਖਾਈ। ਜਿਹੜੇ ਸੇਵਕ ਦਾਸ ਉਹਨਾਂ ਦੇ ਮਨ ਦੇ ਵਿੱਚ ਵੀ ਬੜੀਆਂ ਖੁਸ਼ੀਆਂ ਬੜੇ ਚਾਹ ਪੈਦਾ ਹੋ ਗਏ ਹਨ। ਦੈ ਧੀਰਜ ਸਭ ਹਨ ਇੱਕ ਸਾਰ। ਜਿਹੜੀਆਂ ਵੀ ਸੰਗਤਾਂ ਕਾਸ਼ੀ ਸ਼ਹਿਰ ਦੇ ਵਿੱਚੋਂ ਇਕੱਤਰ ਹੋ ਕਰਕੇ ਆਈਆਂ ਸਨ, ਸਤਿਗੁਰ ਹੋਤ ਭਈ ਅਸਵਾਰ। ਉਹਨਾਂ ਨੂੰ ਦਿਲਾਸਾ ਦਿੰਦਿਆਂ ਹੋਇਆਂ ਗੋਬਿੰਦ ਰਾਏ ਜੀ ਨੇ ਤਾਂ ਹੁਣ ਆਪਣੇ ਡੇਰੇ ਅੱਗੇ ਨੂੰ ਕੂਚ ਕਰਨ ਦੇ ਲਈ ਆਗਿਆ ਕਰ ਦਿੱਤੀ ਹੈ। ਨਿਕਸੇ ਕਾਂਸੀਪੁਰ ਕੋ ਛੋੜਾ। ਸਤਿਗੁਰੂ ਜੀ ਬਨਾਰਸ ਸ਼ਹਿਰ ਨੂੰ ਛੱਡ ਕਰਕੇ ਬਾਹਰਲੇ ਪਾਸੇ ਆ ਗਏ ਹਨ। ਗਮਨੇ ਕਰ ਮੁਖ ਪਸ਼ਚਮ ਓਰਾ। ਆਪਣਾ ਜਿਹੜਾ ਨੂਰਾਨੀ ਚਿਹਰਾ ਗੋਬਿੰਦ ਰਾਏ ਜੀ ਨੇ ਪੱਛੋਂ ਦੀ ਦਿਸ਼ਾ ਦੇ ਵੱਲ ਕੀਤਾ ਹੋਇਆ ਸੀ। ਆਦਰ ਹੀਤ ਪਚਾਵਨ ਆਈ। ਬਹੁਤ ਸਾਰੇ ਮਾਈ ਔਰ ਭਾਈ ਗੋਬਿੰਦ ਰਾਏ ਜੀ ਨੂੰ ਅਦਬ ਸਤਿਕਾਰ ਦੇ ਸਹਿਤ ਕਾਫੀ ਦੌਰ ਤੱਕ ਵਿਦਾ ਕਰਨ ਦੇ ਲਈ ਵੀ ਆਏ ਹਨ। ਖਰੀ ਖਰੀ ਕਹਿ ਗੁਰ ਸਮੁਦਾਈ। ਪਰ ਜਦੋਂ ਮਹਾਰਾਜ ਨੇ ਦੇਖਿਆ ਵੀ ਤੇ ਹੁਣ ਸ਼ਹਿਰ ਤੋਂ ਕਈ ਕੋਹਾਂ ਬਾਹਰਲੇ ਪਾਸੇ ਆ ਗਏ ਹਨ, ਉਸ ਸਮੇਂ ਆਪਣੀ ਜਿਹੜੀ ਪਾਲਕੀ ਰੋਕੀ, ਜਿਹੜੇ ਵੀ ਮਾਈ ਭਾਈ ਨਾਲ ਤੁਰੇ ਆ ਰਹੇ ਸੀ ਉਹਨਾਂ ਨੂੰ ਤਰਵਾਸ ਦੇ ਕਰਕੇ ਵਾਪਸ ਮੋੜ ਦਿੱਤਾ ਹੈ। ਸਭ ਕੋ ਹਟ ਕਾ ਗਾਰੀ ਚਾਲੀ। ਇਹਨਾਂ ਪ੍ਰੇਮੀਆਂ ਨੂੰ ਵਾਪਸ ਮੋੜ ਕੇ ਫਿਰ ਗੋਬਿੰਦ ਰਾਏ ਜੀ ਨੇ ਆਪਣੇ ਡੇਰੇ ਜਿਹੜੇ ਡੇਰੇ ਅੱਗੇ ਨੂੰ ਕੂਚ ਕਰ ਦਿੱਤੇ ਸੀ। ਸਿਆੰਦਨ ਮਾਤਨ ਆਬਤ ਨਾਲੀ। ਜਿਹੜਾ ਮਾਤਾਵਾਂ ਦਾ ਬਹੁਤ ਵੱਡਾ ਰਥ ਉਹ ਵੀ ਗੋਬਿੰਦ ਰਾਏ ਜੀ ਦੇ ਬਹੁਤ ਨੇੜੇ ਹੋ ਕਰਕੇ ਆ ਰਿਹਾ ਸੀ। ਆਪਰ ਬਹੀਰ ਸਕਲ ਚੱਲ ਆਵਾ। ਹੋਰ ਬਹੁਤ ਵੱਡਾ ਜਿਹੜਾ ਵੀਰ ਪ੍ਰੇਮੀਆਂ ਦਾ ਸੇਵਕਾਂ ਦਾਸਾਂ ਦਾ ਉਹ ਥੋੜਾ ਜਿਹਾ ਪਿੱਛੇ ਪਿੱਛੇ ਆਇਆ ਕਰਦਾ ਸੀ। ਨਵੋ ਸਮਾਜ ਸਮੂਹ ਬਣਾਵਾ। ਜਿਹੜਾ ਗੋਬਿੰਦ ਰਾਏ ਜੀ ਨੇ ਬੜਾ ਆਪਣਾ ਨਵਾਂ ਹੀ ਸਮਾਨ ਤਿਆਰ ਕਰਵਾਇਆ ਸੀ। ਘੋੜੇ ਨੇ ਔਰ ਰਥ ਨੇ ਪਾਲਕੀਆਂ ਪਹਿਲਾਂ ਹੀ
ਆ ਕਾਸ਼ੀ ਸ਼ਹਿਰ ਦੇ ਵਿੱਚ ਹੈ ਬੜੀ ਸਮੱਗਰੀ ਮਹਾਰਾਜ ਨੇ ਉਹਨਾਂ ਬ੍ਰਾਹਮਣਾਂ ਔਰ ਵੈਦ ਪਾਠੀਆਂ ਨੂੰ ਵੰਡ ਦਿੱਤੀ ਸੀ। ਇਸੀ ਰੀਤ ਮਾਰਗ ਮਹਿ ਚੱਲੀ। ਇਉਂ ਗੋਬਿੰਦ ਰਾਏ ਜੀ ਚਲਦਿਆਂ ਜਦੋਂ ਕਾਫੀ ਆਪ ਜੀ ਨੇ ਪਿੰਡਾਂ ਤੈਅ ਕਰ ਲਿਆ ਸੀ ਕਰਤ ਅਨੇਕ ਬਿਲਾਸਨ ਭਲੀ। ਔਰ ਰਸਤੇ ਦੇ ਵਿੱਚ ਵੀ ਬੜੇ ਹੋ ਜਾਏ ਕੌਤਕ ਜੀਵਾਂ ਦੀ ਕਲਿਆਣ ਕਰਨ ਦੇ ਲਈ ਗੋਬਿੰਦ ਰਾਏ ਜੀ ਆਪਣੀ ਮੌਤ ਦੇ ਵਿੱਚ ਆ ਕਰਕੇ ਘਰਿਆ ਕਰਦੇ ਸਨ। ਡੇਰਾ ਟਿਕ ਹੈ ਭਾਨ ਕੇ ਢਰੀ। ਜਦੋਂ ਤੀਸਰੇ ਕਪੈਰ ਦਾ ਟਾਈਮ ਹੋ ਜਾਂਦਾ ਉਸ ਵਕਤ ਹੀ ਮਹਾਰਾਜ ਆਪਣਾ ਜਿਹੜਾ ਡੇਰਾ ਲਗਾਉਣ ਦੇ ਲਈ ਹੁਕਮ ਕਰ ਦਿੰਦੇ ਸਨ। ਗੁਰ ਆਗਮਨ ਜੀ ਸੁਨਬੋ ਕਰੀ। ਔਰ ਰਸਤੇ ਦੇ ਵਿੱਚ ਜਿੱਥੇ ਵੀ ਗੋਬਿੰਦ ਰਾਏ ਜੀ ਦੇ ਆਉਣ ਦਾ ਸੰਗਤਾਂ ਨੂੰ ਪ੍ਰੇਮੀਆਂ ਨੂੰ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਪਤਾ ਲੱਗ ਜਾਂਦਾ ਸੀ। ਜਨ ਸਿੱਖਨ ਕੋ ਨਵ ਨਿਧ ਪਾਵੇ। ਇਹ ਉਹਨਾਂ ਦੇ ਮਨ ਦੇ ਅੰਦਰ ਬੜੇ ਖੇੜੇ ਪੈਦਾ ਹੋ ਜਾਂਦੇ ਵੀ ਜਿਵੇਂ ਗਰੀਬ ਕੰਗਾਲੂ ਘਰ ਦੇ ਵਿੱਚ ਹੀ 9 ਨਿਧੀਆਂ ਔਰ 18 ਸਿੱਧੀਆਂ ਕਿਤੇ ਅਚਾਨਕ ਪ੍ਰਾਪਤ ਹੋ ਜਾਣ ਉਹ ਵੀ ਬੜਾ ਖੁਸ਼ ਹੋ ਜਾਏਗਾ ਵੀ ਮਸਾ ਮੇਰੇ ਘਰ ਦੀ ਗਰੀਬੀ ਔਰ ਦਲਿਦਰੀ ਦੂਰ ਹੋਈ ਹੈ। ਇਸੇ ਤਰ੍ਹਾਂ ਜਿਵੇਂ ਉਹਦੇ ਮਨ ਦੇ ਵਿੱਚ ਬੜੀ ਖੁਸ਼ੀ ਚੜ੍ਹ ਜਾਏਗੀ 9 ਨਿਧੀਆਂ ਔਰ 18 ਸਿੱਧੀਆਂ ਪ੍ਰਾਪਤ ਕਰਕੇ ਐਸਾ ਜਿਹੜਾ ਆਨੰਦ ਇਹੋ ਜਿਹਾ ਖੇੜਾ ਗੁਰ ਸਿੱਖਾਂ ਦੇ ਮਨ ਦੇ ਅੰਦਰ ਦੀਦਾਰ ਕਰਨ ਦੇ ਨਾਲ ਹੀ ਪੈਦਾ ਹੋ ਜਾਂਦਾ ਸੀ। ਆਨੰਦ ਧਾਰ ਧਾਈ ਟਿਗ ਆਵੇ। ਬੜੇ ਖੁਸ਼ ਹੋ ਕਰਕੇ ਪ੍ਰੇਮੀ ਦੂਰੋਂ ਗੋਬਿੰਦ ਰਾਏ ਜੀ ਦੇ ਪਾਸ ਦਰਸ਼ਨ ਕਰਨ ਦੇ ਲਈ ਆਇਆ ਕਰਦੇ ਸਨ। ਔਚਕ ਗੁਰ ਦਰਸ਼ਨ ਹਮ ਪਾਵਤ। ਸੋ ਦਿਨ ਵੱਡੀਆਂ ਉਮਰਾਂ ਵਾਲੇ ਜਿਹੜੇ ਗੁਰ ਸਿੱਖ ਪ੍ਰੇਮੀ ਵੀ ਤਾਂ ਅਚਾਨਕ ਹੀ ਪਰਮਾਤਮਾ ਨੇ ਸਾਡੇ ਉੱਪਰ ਕਿਤਨੀ ਬੜੀ ਮਹਾਨ ਕਿਰਪਾ ਕਰ ਦਿੱਤੀ ਹੈ। ਜਿਨ ਹਿਤ ਕੋਸ਼ ਹਜ਼ਾਰ ਸਿਧਾਵਤ। ਵੀ ਦੇਖੋ ਸਤਿਗੁਰੂ ਜੀ ਦਾ ਦੀਦਾਰ ਕਰਨ ਦੇ ਲਈ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਹਜ਼ਾਰਾਂ ਕੋਹਾ ਪਿੰਡਾਂ ਪਹਿਲਾਂ ਤੈਅ ਕਰਨਾ ਪੈਂਦਾ, ਫਿਰ ਕਿਤੇ ਮਹਾਰਾਜ ਦੇ ਦਰਸ਼ਨ ਹੋਇਆ ਕਰਦੇ ਹਨ। ਮਰ ਤਲ ਮਹਿ ਜਿਮ ਪਾਵਤ ਮੇਵਾ। ਜਿਵੇਂ ਕਹਿੰਦੇ ਕਿਸੇ ਨੂੰ ਮਾਰੂ ਥਲ ਦੇ ਜਿਹੜੇ ਵੱਡੇ ਟਿੱਬੇ ਜਿੱਥੇ ਲੱਗੇ ਉਹਨਾਂ ਨੂੰ ਮਾਰੂ ਥਲ ਦੀ ਧਰਤੀ ਕਹਿ ਦਿੰਦੇ ਹਨ। ਕੋਈ ਵਿਚਾਰਾ ਮਾਰੂ ਥਲਾਂ ਦੇ ਵਿੱਚ ਬੜਾ ਭਟਕ ਰਿਹਾ ਹੈ, ਉਹਨੂੰ ਨਾਨਾ ਪ੍ਰਕਾਰ ਦੇ ਕਿਤੇ ਮੇਵੇ ਪ੍ਰਾਪਤ ਹੋ ਜਾਣ ਉਹ ਵੀ ਬੜਾ ਖੁਸ਼ ਹੋ ਜਾਂਦਾ ਹੈ। ਤਿਮ ਹਿਤ ਦੀਸ਼ ਦਰਸ਼ ਗੁਰ ਦੇਵਾ। ਇਸੇ ਤਰ੍ਹਾਂ ਵੀ ਇਸ ਇਲਾਕੇ ਦੇ ਵਿੱਚ ਆਪਾਂ ਨੂੰ ਵੀ ਅਚਾਨਕ ਹੀ ਦੀਨ ਦੁਨੀਆ ਦੇ ਮਾਲਕ ਦੇ ਦਰਸ਼ਨ ਸੁਤੈ ਸਿੱਧ ਪ੍ਰਾਪਤ ਹੋ ਗਏ ਹਨ। ਲੈ ਅਨਕ ਕੋਰਨ ਮਿਲੈ। ਗੁਰ ਸਿੱਖ ਅਨੇਕ ਪ੍ਰਕਾਰ ਦੀ ਲੈ ਕਰਕੇ ਭੇਟਾ ਗੋਬਿੰਦ ਰਾਏ ਜੀ ਨੂੰ ਆ ਕਰਕੇ ਰਾਹ ਦੇ ਵਿੱਚ ਮਿਲਦੇ ਹਨ। ਇੱਕ ਦੋਏ ਮੰਜ਼ਿਲ ਕਿਤਕ ਸੰਗ ਚੱਲੈ। ਜਦੋਂ ਗੋਬਿੰਦ ਰਾਏ ਜੀ 1-2 ਮੰਜ਼ਲਾਂ ਅੱਗੇ ਤੋਂ ਅੱਗੇ ਆਪਣੀਆਂ ਤੈਅ ਕਰਿਆ ਕਰਦੇ ਸੀ, ਜਿਨ੍ਹਾਂ ਦੇ ਪਾਸ ਹੈ ਕਾਫੀ ਟਾਈਮ ਉਹ ਗੁਰ ਸਿੱਖ ਸਤਿਗੁਰੂ ਜੀ ਦੇ ਨਾਲ 1-2 ਮੰਜ਼ਲਾਂ ਅੱਗੇ ਤੋਂ ਅੱਗੇ ਜਾ ਕਰਕੇ ਸੇਵਾ ਦਾ ਗੋਬਿੰਦ ਰਾਏ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਬੜਾ ਲਾਹਾ ਵੀ ਖੱਟਣ ਲੱਗ ਜਾਂਦੇ ਹਨ। ਵਿਵਿਧ ਵਿਦਨ ਕੀ ਸੇਵਾ ਠਨ ਹੈ। ਵਿਦਾ ਕੀ ਇਉਂ ਨੇ ਵੀ ਐਂ ਵੀ ਗੱਲਾਂ ਬਾਤਾਂ ਕਰਦਿਆਂ ਜਿਹੜਾ ਬੜਾ ਆਪਣਾ ਮੌਲਕ ਸਮਾਂ ਗਵਾ ਦੇਣਾ ਨਹੀਂ। ਜਿਨ੍ਹਾਂ ਦੇ ਮਨ ਦੇ ਵਿੱਚ ਹੈ ਸ਼ਰਧਾ ਭਾਵਨਾ ਵਿਸ਼ਵਾਸ, ਉਹ ਪ੍ਰੇਮੀ 1-2 ਮੰਜ਼ਲਾਂ ਗੋਬਿੰਦ ਰਾਏ ਜੀ ਦੇ ਨਾਲ ਜਾ ਕਰਕੇ ਸੇਵਾ ਦਾ ਭਗਤੀ ਦਾ ਔਰ ਗੋਬਿੰਦ ਰਾਏ ਜੀ ਦੀ ਸੰਗਤ ਦਾ ਬੜਾ ਲਾਭ ਪ੍ਰਾਪਤ ਕਰਨ ਲੱਗ ਜਾਂਦੇ ਹਨ। ਅੰਨ ਦੁਗਧ ਦਦ ਕ੍ਰਿਤ ਕੋ ਅੰਨ ਹੈ। ਉਹ ਜਿਹੜਾ ਗੁਰ ਸਿੱਖ
ਆਪੋ ਆਪਣੇ ਘਰਾਂ 'ਚ ਕੋਈ ਘਿਓ ਲੈਂਦਾ ਲਿਆਉਂਦਾ ਹੈ, ਕੋਈ ਆਟਾ ਜੋ ਵੀ ਲੰਗਰਾਂ ਦੇ ਵਿੱਚ ਰਸਤਾਂ ਵਸਤਾਂ ਦੀ ਰੋਜ਼ਾਨਾ ਹੀ ਲੋੜ ਪੈਂਦੀ ਸੀ। ਹਿਮ ਹੀ ਸਗਰੇ ਮਾਰਗ ਆਈ। ਇਹ ਗੋਬਿੰਦ ਰਾਏ ਜੀ ਨੇ ਜਦੋਂ ਆਪਣਾ ਕਾਫੀ ਸਫ਼ਰ ਤੈਅ ਕਰ ਲਿਆ ਸੀ, ਰਹਿ ਕਾਮਨਾ ਜਨ ਸਮੁਦਾਈ। ਜਿਹੜਾ ਵੀ ਗੌਰ ਸਿੱਖ ਮਹਾਰਾਜ ਦੇ ਪਾਸ ਚੱਲ ਕਰਕੇ ਪਹੁੰਚ ਗਿਆ, ਉਹਨਾਂ ਦੀ ਜਿਹੜੀ ਮਨੋਕਾਮਨਾ ਵੀ ਗੋਬਿੰਦ ਰਾਏ ਜੀ ਬਿਨਾਂ ਕਹਿਣ ਤੋਂ ਹੀ ਆਪਣੇ ਆਪ ਹੀ ਪੂਰੀ ਕਰ ਦਿੰਦੇ ਹਨ। ਰਾਮਚੰਦ ਕੀ ਨਗਰੀ ਔਦ। ਜਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਬੜੀਆਂ ਸੰਗਤਾਂ ਦੇ ਸਹਿਤ ਚਲਦਿਆਂ ਜਿੱਤੈ ਤ੍ਰੈਤੈ ਜੁਗ ਦੇ ਅਵਤਾਰ ਤ੍ਰੈਤੈ ਤੈ ਮਾਣਿਓ ਰਾਮ ਰਘੁਵੰਸ ਕਹਾਇਓ। ਭਗਵਾਨ ਰਾਮਚੰਦਰ ਜੀ ਨੇ ਜੀਵਾਂ ਦੀ ਕਲਿਆਣ ਕਰਨ ਦੇ ਲਈ ਅਵਤਾਰ ਧਾਰਨ ਕੀਤਾ ਸੀ। ਅਯੁੱਧਿਆਪੁਰੀ ਦੇ ਵਿੱਚ ਪਹਿਲਾਂ ਵੀ ਬਹੁਤ ਵੱਡੇ ਜਿਹੜੇ ਧਰਮਾਤਮਾ ਰਾਜੇ ਹਰੀਚੰਦ ਜੈਸੇ ਵੀ ਹੋਏ ਹਨ, ਪਰ ਗੋਬਿੰਦ ਰਾਏ ਜੀ ਵੀ ਗੁਰ ਸਿੱਖਾਂ ਦਾ ਉਧਾਰ ਕਰਦਿਆਂ ਹੋਇਆ ਜਦੋਂ ਅਯੁੱਧਿਆਪੁਰੀ ਦੇ ਵਿੱਚ ਪਹੁੰਚ ਗਏ ਹਨ, ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਐਸਾ ਪਿਆਰ ਪੈਦਾ ਹੋ ਗਿਆ, ਉਹ ਗੋਬਿੰਦ ਰਾਏ ਜੀ ਦੇ ਦਰਬਾਰ 'ਚ ਰਹਿ ਕਰਕੇ ਸੇਵਾ ਔਰ ਸਿਮਰਨ ਦਾ ਬਹੁਤ ਜ਼ਿਆਦਾ ਲਾਹਾ ਵੀ ਪ੍ਰਾਪਤ ਕਰ ਰਹੇ ਹਨ। ਔਰ ਜਿਵੇਂ ਹੋਲੀ ਦਾ ਤਿਉਹਾਰ ਤਕਰੀਬਨ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਵੱਡੇ ਨਗਰਾਂ ਦੇ ਵਿੱਚ ਲੋਕੀ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਹਨ। ਕਈ ਭਾਰਤ ਭਰ ਦੀਆਂ ਇਹੋ ਜਿਹੀਆਂ ਸਟੇਟਾਂ ਵੀ ਪੈਂਦੀਆਂ ਹਨ, ਜਿਨ੍ਹਾਂ ਦੇ ਵਿੱਚ ਜਿਹੜਾ ਹੋਲੀ ਦਾ ਤਿਉਹਾਰ ਲੋਕੀ ਕਈ ਮਹੀਨੇ ਲਗਾਤਾਰ ਉਸੇ ਤਰ੍ਹਾਂ ਰੰਗ ਪਾ ਕਰਕੇ ਮਨਾਉਂਦੇ ਰਹਿੰਦੇ ਹਨ। ਪਰ ਸਤਿਗੁਰੂ ਜੀ ਨੇ ਸਾਡੇ ਲਈ ਸਾਰਿਆਂ ਨਾਲੋਂ ਵੱਡੀ ਹੋਲੀ ਕਿਹੜੀ ਦੱਸੀ ਹੈ? ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਕਈ ਜਿਹੜੇ ਅਣਜਾਣ ਲੋਕ ਹੋਲੀ ਦਾ ਤਿਉਹਾਰ ਮਨਾਉਂਦਿਆਂ ਆਪਣਾ ਬੜਾ ਅੱਖਾਂ ਦਾ ਨੁਕਸਾਨ ਵੀ ਕਰਵਾ ਬੈਠਦੇ ਹਨ। ਪਰਮਾਤਮਾ ਨਾ ਕਰੇ ਤੇ ਜਿਹੜੇ ਇਹੋ ਜਿਹੀਆਂ ਮਸ਼ਕਰੀਆਂ ਕਰਦਿਆਂ ਹੋਇਆਂ ਇੱਕ ਦੂਜੇ ਦੇ ਉੱਪਰ ਜਿਹਾ ਜ਼ਹਿਰੀਲਾ ਧੂੜਾ ਜਾਂ ਫਿਰ ਜ਼ਹਿਰੀਲਾ ਰੰਗ ਪਾਉਂਦੇ ਹਨ, ਜੇ ਕਿਤੇ ਅੱਖਾਂ ਦੇ ਵਿੱਚ ਪੈ ਗਿਆ, ਕਈਆਂ ਦੀ ਜਿਹੜੀ ਲਾਈਟ ਰੋਸ਼ਨੀ ਸਦਾ ਦੇ ਲਈ ਖਤਮ ਹੋ ਜਾਂਦੀ ਹੈ। ਉਹ ਫਿਰ ਵੱਡੇ ਡਾਕਟਰਾਂ ਦੇ ਪਾਸ ਇਲਾਜ ਕਰਵਾਉਂਦੇ ਰਹਿੰਦੇ ਹਨ। ਮਾਇਆ ਵੀ ਧਨ ਵੀ ਬੜਾ ਬਰਬਾਦ ਹੋ ਗਿਆ, ਪਰ ਜਿਹੜੀ ਲਾਈਟ ਰੋਸ਼ਨੀ ਫਿਰ ਵੀ ਦੁਬਾਰਾ ਅੱਖਾਂ ਦੇ ਵਿੱਚ ਦੁਬਾਰਾ ਮੁੜ ਕੇ ਤਾਂ ਨਹੀਂ ਆਉਂਦੀ। ਨਾ ਇਹ ਜਿਹੜੀਆਂ ਅੱਖਾਂ ਦੁਨੀਆ ਦੇ ਵਿੱਚ ਕਿਤੋਂ ਵੀ ਜਿਹੋ ਜਿਹੀਆਂ ਪਰਮਾਤਮਾ ਨੇ ਬਣਾਈਆਂ ਨੇ ਨਾ, ਇੱਕ ਕੋਈ ਅੱਖ ਲੱਖਾਂ ਕਰੋੜਾਂ ਰੁਪਈਆ ਬਦਲੇ ਕਦੇ ਖਰੀਦ ਨਹੀਂ ਸਕਦਾ। ਪਰ ਜਿਹੜੇ ਪ੍ਰੇਮੀ ਸੰਗਤਾਂ ਦੇ ਲਈ ਜੋ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਦੇ ਲਈ ਬਹੁਤ ਵੱਡਾ ਹੋਲੇ ਮਹੱਲੇ ਦਾ ਜੋੜ ਮੇਲਾ ਲਗਾਉਣ ਦੇ ਲਈ ਆਨੰਦਪੁਰ ਦੀ ਧਰਤੀ 'ਤੇ ਨਿਯਤ ਕੀਤਾ ਸੀ। ਬਿਆਨਤਾ ਜਿਹੜੀਆਂ ਸੰਗਤਾਂ ਹੁਣ ਵੀ ਉਸ ਪਾਵਨ ਅਸਥਾਨ ਦੀ ਯਾਤਰਾ ਕਰਨ ਵਾਸਤੇ ਜਾ ਰਹੀਆਂ ਹਨ। ਜਿਹੜੇ ਨਗਰ ਨਿਵਾਸੀ ਰਾਹਾਂ ਦੇ ਉੱਪਰ ਸੰਗਤਾਂ ਦੇ ਲਈ ਲੰਗਰ ਲਗਾਉਂਦੇ ਨੇ, ਦੇਖੋ ਕਿਤਨੀ ਉਹਨਾਂ ਦੇ ਮਨ ਦੇ ਅੰਦਰ ਨਿਮਰਤਾ ਗਰੀਬੀ ਹੈ। ਬਹੁਤ ਸਾਰੇ ਗੁਰਮੁਖ ਤਾਂ ਸੰਗਤਾਂ ਦੇ ਅੱਗੇ ਵਿਚਾਰੇ
ਹੱਥ ਜੋੜ ਜੋੜ ਕਰਕੇ ਲੰਗਰ ਪਾਣੀ ਛਕਾਉਂਦੇ ਹਨ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਇਹ ਹੈ ਸਾਰਿਆਂ ਨਾਲੋਂ ਦਰਅਸਲ ਵੱਡੀ ਹੋਲੀ। ਸੇਵਾ ਕਰਦਿਆਂ ਜਗਿਆਸੂ ਨੂੰ ਫਿਰ ਅੱਗੇ ਤੋਂ ਅੱਗੇ ਫਲ ਕੀ ਪ੍ਰਾਪਤ ਹੋਣਾ ਹੈ। ਹੋਲੀ ਕੀਨੀ ਸੰਤ ਸੇਵ ਗੁਰੂ ਬਾਬਾ ਜੀ ਦੇ ਦਰ ਘਰ ਦੇ ਵਿੱਚ ਗੁਰ ਸਿੱਖ ਦੇ ਲਈ ਸਾਰਿਆਂ ਨਾਲੋਂ ਪਹਿਲਾ ਸਟੈਪ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਸੇਵਾ, ਸੰਗਤਾਂ ਦੀ ਸੇਵਾ। ਜਿਵੇਂ ਸਟੂਡੈਂਟ ਦੇ ਲਈ ਪਹਿਲਾ ਕਦਮ ਕੀ ਹੈ? ਸਕੂਲ ਦੀ ਚਾਰ ਦੁਆਰੀ ਦੇ ਅੰਦਰ ਪ੍ਰਵੇਸ਼ ਹੋਣਾ। ਇੱਧਰ ਗੁਰੂ ਬਾਬਾ ਜੀ ਦੇ ਸਕੂਲ ਦੇ ਵਿੱਚ ਵੀ ਜਿਨ੍ਹਾਂ ਨੇ ਦਾਖਲਾ ਲੈਣਾ ਉਹਨਾਂ ਵਾਸਤੇ ਵੀ ਪਹਿਲਾ ਸਟੈਪ, ਪਹਿਲਾ ਕਦਮ। ਇਹ ਬਹੁਤ ਵੱਡੀ ਸੰਗਤਾਂ ਦੀ ਸੇਵਾ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਮਨ ਤਨ ਮੋਲਿਓ ਅਤ ਅਨੂਪ ਸ਼ੁਕ ਨਾਈ ਸ਼ਾਬ ਧੋਬ। ਸਹਿਜੇ ਸਹਿਜੇ ਫਿਰ ਜਿਹੜੇ ਗੁਰ ਸਿੱਖਾਂ ਦੇ ਮਨਾਂ ਰੂਪੀ ਬਸਤਰ ਨੇ ਉਹਨਾਂ ਨੂੰ ਨਾਮ ਦਾ, ਸਿਮਰਨ ਦਾ, ਭਗਤੀ ਦਾ ਵੀ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਵੀ ਪ੍ਰੇਮੀ, ਜਿਹੜੀਆਂ ਵੀ ਸੰਗਤਾਂ ਮਹਾਂਪੁਰਖਾਂ ਦੇ ਪਾਵਨ ਸਥਾਨ 'ਤੇ ਪਾਈ ਰਾਤ ਕੱਟਣਾ ਚਾਹੁੰਦੀਆਂ ਹਨ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਸਾਰਿਆਂ ਨੇ ਸਫਾਈ ਦਾ ਖਾਸ ਕਰਕੇ ਖਿਆਲ ਰੱਖਣਾ ਹੈ। ਥਾਂ ਥਾਂ 'ਤੇ ਸੰਗਤਾਂ ਦੇ ਇਸ਼ਨਾਨ ਦੇ ਲਈ ਟੂਟੀਆਂ ਔਰ ਕਿਰਿਆ ਕਰਨ ਦੇ ਲਈ ਖੁੱਲ੍ਹੇ ਡੁੱਲੇ ਬਾਥਰੂਮ। ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਸਾਹਮਣੇ ਬਿਲਕੁਲ ਸਰੋਵਰ ਵੀ ਬਣਿਆ ਹੋਇਆ, ਉੱਥੇ ਵੀ ਪ੍ਰੇਮੀ ਜਾ ਕਰਕੇ ਇਸ਼ਨਾਨ ਸੁਤੈ ਸਿੱਧ ਕਰ ਸਕਦੇ ਹਨ। ਇਸੇ ਤਰ੍ਹਾਂ ਵੱਡੇ ਵੱਡੇ ਬਾਥਰੂਮ ਬਾਹਰ ਵੀ ਅੰਦਰ ਵੀ ਮਹਾਂਪੁਰਖਾਂ ਦੇ ਵੱਲੋਂ ਪਹਿਲਾਂ ਹੀ ਤਿਆਰ ਕੀਤੇ ਹੋਏ ਹਨ। ਸੋ ਜਿਹੜਾ ਗੁਰੂ ਕਾ ਲੰਗਰ ਇਹ ਤਾਂ ਤਕਰੀਬਨ ਸਵੇਰੀ 4:15 ਵਜੇ ਜਿਹੜੇ ਮਿੱਸੇ ਪ੍ਰਸਾਦੇ ਪੱਕ ਕਰਕੇ ਤਿਆਰ ਹੋ ਜਾਂਦੇ ਹਨ। ਇਸੇ ਤਰ੍ਹਾਂ ਲੰਗਰ ਹੈ ਔਰ ਲੱਸੀ ਦੇ ਜਿਹੜੇ ਭੰਡਾਰੇ ਤਾਂ ਹਰ ਵਾਤੀ ਬੜੇ ਖੁੱਲ੍ਹੇ ਡੁੱਲੇ ਵਰਤਦੇ ਰਹਿੰਦੇ ਹਨ। ਕੋਈ ਵੀ ਕਿਹੜੇ ਟਾਈਮ 'ਤੇ ਆ ਜੇ ਚਾਹ ਜਿਹੜੀ ਤਿਆਰ ਕਰਾਈ ਸੰਗਤਾਂ ਨੂੰ ਮਿਲਦੀ ਐ ਨਹੀਂ ਭਾਈ ਆਟਾ ਲੈ ਲਓ। ਜੇ ਲੰਗਰ ਪਾਣੀ ਦੀ ਭੁੱਖ ਲੱਗੀ ਆ ਤੁਹਾਨੂੰ ਦਾਲ ਪਾਣੀ ਤਿਆਰ ਕਰਨਾ ਪਊ। ਬੜੇ ਸਥਾਨਾਂ 'ਤੇ ਦੇਖਣ ਨੂੰ ਵੀ ਮਿਲਦਾ, ਪਰ ਇਹ ਮਹਾਂਪੁਰਖਾਂ ਦੀ ਬਹੁਤ ਵੱਡੀ ਮਹਾਨ ਧਨ ਕਮਾਈ ਹੈ। ਇੱਥੇ ਕਿਸੇ ਨੂੰ ਨਾ ਪ੍ਰਸ਼ਾਦੇ ਪਕਾਉਣ ਦੀ ਲੋੜ ਹੈ, ਨਾ ਦਾਲ ਬਣਾਉਣ ਦੀ ਜ਼ਰੂਰਤ ਪੈਂਦੀ ਹੈ। ਤਕਰੀਬਨ ਸਵੇਰੇ ਅੰਮ੍ਰਿਤ ਵੇਲੇ ਹੀ 4:15 ਵਜੇ ਮਿੱਸੇ ਪ੍ਰਸਾਦੇ ਪੱਕ ਕਰਕੇ ਬਰਤਨ ਸ਼ੁਰੂ ਹੋ ਜਾਂਦੇ ਹਨ। ਜਿਨ੍ਹਾਂ ਨੇ ਪਾਈ ਰਾਤ ਕੱਟਣੀ ਆ ਉਹ ਲੱਸੀ ਵੀ ਚਾਹ ਵੀ ਮਿੱਸੇ ਪ੍ਰਸਾਦੇ ਛਕ ਕਰਕੇ ਫਿਰ ਅੱਗੇ ਨੂੰ ਆਪਣੀ ਯਾਤਰਾ ਦੇ ਲਈ ਜਾ ਸਕਦੇ ਹਨ। ਅਗਲੀ ਬੇਨਤੀ ਜੋ ਹੈ ਮਹਾਂਪੁਰਖਾਂ ਦਾ ਤਪ ਸਥਾਨ ਭੋਰਾ ਸਾਹਿਬ, ਉਹ ਵੀ ਇਸ ਜੋੜ ਮੇਲੇ ਦੇ ਟਾਈਮ 'ਤੇ ਤਕਰੀਬਨ 6:30 ਵਜੇ ਖੁੱਲ੍ਹ ਜਾਏਗਾ। ਸਾਂਝੀ ਮਹਾਰਾਜ ਦਾ ਜਿਹੜਾ ਹੈ ਭੋਰਾ ਸਾਹਿਬ 6:30 ਵਜੇ ਖੁੱਲ੍ਹ ਜਾਣਾ ਹੈ। ਜਿਹੜੇ ਪ੍ਰੇਮੀ ਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ 6:30 ਵਜੇ ਭੋਰਾ ਸਾਹਿਬ ਦੇ ਦਰਸ਼ਨ ਵੀ ਹੋ ਸਕਦੇ ਹਨ। ਹੁਣ ਜਿਸ ਪ੍ਰਕਾਰ ਗੋਬਿੰਦ ਰਾਏ ਜੀ ਨੇ ਅੱਗੇ ਅਯੁੱਧਿਆਪੁਰੀ ਦੇ ਵਿੱਚ ਪਹੁੰਚਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ
ਬੜਾ ਭਾਗੇ ਗੁਰ ਸਿੱਖ ਤਾਈ ਨੇ ਹਾਲ ਕਰ ਰਹੇ ਨੇ। ਰਾਮਚੰਦ ਕੀ ਨਗਰੀ ਔਧ ਬਸੀ ਜਹਾਂ ਬਹੁ ਬੀਤੀ ਔਧ। ਰਾਮਚੰਦ ਕੀ ਨਗਰੀ ਔਧ ਬਸੀ ਜਹਾਂ ਬਹੁ ਬੀਤੀ ਔਧ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ ਏ ਪੂਰਨ